ਹੁਣ ਕੈਪਟਨ ਨੂੰ ਬਦਲ ਦੀਆਂ ਗੱਲਾਂ ਹਾਈ ਕਮਾਨ 'ਚ ਵੀ ਚੱਲਦੀਆਂ ਨੇ, ਕੈਪਟਨ ਨੂੰ ਬਦਲ ਦੀਆਂ ਗੱਲਾਂ ਵਿਧਾਇਕਾਂ 'ਚ ਵੀ ਨੇ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਐਂਟੀ ਵਿਧਾਇਕ ਸੀ ਜਾਂ ਮੰਤਰੀ ਸੀ, ਉਹਨਾਂ ਦਾ ਦਾਣਾ ਪਾਣੀ ਰੋਕ ਦਿੱਤਾ ਸੀ। ਓਪਨ ਬਗਾਵਤ, ਸਿੱਧਾ ਫਰੰਟ ਖੋਲਣ ਦੀ ਗੱਲ ਆ ਜਿਹੜੀ, ਉਹ ਸਿੱਧਾ ਫਰੰਟ ਖੋਲ ਦਿੱਤਾ। ਕੈਪਟਨ ਨੇ ਅਜੇ ਤੱਕ ਪਰਸਨਲੀ ਇਸ ਗੱਲ ਨੂੰ ਰਿਸਪੌਂਡ ਨਹੀਂ ਕੀਤਾ। ਔਰ ਇਹ ਨਹੀਂ ਹੈ ਕਿ ਕੈਪਟਨ ਦੇ ਖਿਲਾਫ ਬਗਾਵਤ ਹਾਈ ਕਮਾਨ ਦੇ ਇਸ਼ਾਰੇ ਤੋਂ ਬਿਨਾਂ ਹੋਈ ਹੈ। ਅਗਰ ਐਡਾ ਵੱਡਾ ਮੋਰਚਾ ਖੋਲਿਆ ਗਿਆ ਤਾਂ ਹਾਈ ਕਮਾਨ ਦੇ ਇਸ਼ਾਰੇ ਤੇ ਹੀ ਖੋਲਿਆ ਗਿਆ। ਪਰ ਹਾਈ ਕਮਾਨ ਅਲਟੀਮੇਟਲੀ ਕੀ ਕਰੇਗੀ? ਪਹਿਲਾਂ ਆਪਾਂ ਦੇਖਿਆ ਸਿੱਧੂ ਤੇ ਕੈਪਟਨ ਚੋਂ ਹਾਈ ਕਮਾਨ ਨੇ ਸਿੱਧੂ ਨੂੰ ਚੁਣਿਆ। ਕਨਫਰੰਟੇਸ਼ਨ ਦੀ ਪੋਲਿਟਿਕਸ ਤਾਂ ਹੋਏਗੀ, ਇੱਥੇ ਗੱਲ ਨਹੀਂ ਰੁਕੇਗੀ ਜਿੰਨੀ ਗੱਲ ਕੈਪਟਨ ਕਹਿ ਰਿਹਾ ਜਾਂ ਸਿੱਧੂ ਧੜਾ ਕਹਿ ਰਿਹਾ। ਇਹ ਗੱਲ ਤੇ ਇੱਕ ਦੂਜੇ ਦੇ ਨਾਲ ਸਿੱਧਮ ਸਿੱਧੀ ਹੋਏਗੀ। ਸੀਐਮ ਕੈਪਟਨ ਹੁਣ ਕਿਹੜਾ ਦਾ ਖੇਡ ਸਕਦੇ ਨੇ? ਕੀ ਕੈਪਟਨ ਅਮਰਿੰਦਰ ਸਿੰਘ ਪੋਲੀਟੀਕਲ ਸਰੈਂਡਰ ਕਰਨਗੇ ਜਾਂ ਨਹੀਂ ਕਰਨਗੇ, ਇਹ ਵੱਡਾ ਸਵਾਲ ਆ। ਤੇ ਮੈਨੂੰ ਤਾਂ ਲੱਗਦਾ ਇਹੀ ਹੈ, ਜਦੋਂ ਸਿੱਧੂ ਪ੍ਰਧਾਨ ਬਣੇ ਨੇ ਕੈਪਟਨ ਤੇ ਸਿੱਧੂ ਇਕੱਠੇ ਤਾਂ ਚੱਲੇ ਨਹੀਂ ਕਦੇ। ਇਹਦਾ ਅਸਰ ਤਾਂ ਪਈ ਰਿਹਾ ਕਾਂਗਰਸ ਤੇ। ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਨੂੰ ਬਿਲਕੁਲ ਇਸ ਤਰੀਕੇ ਨਾਲ ਸਾਈਡ ਤੇ ਕੀਤਾ ਜਾਵੇ ਕਿ ਉਹ ਮੰਨ ਜਾਣ ਜਾਂ ਇਕੱਠੇ ਚੱਲ ਪੈਣ, ਜਾਣੀ ਐ ਕਹਿ ਦਈਏ ਆਪਾਂ, ਯਾਨੀ ਇਹ ਲੰਬਾ ਚੱਲ ਗਿਆ ਯੁੱਧ ਕੈਪਟਨ ਤੇ ਸਿੱਧੂ ਵਾਲਾ। ਫਿਰ ਤਾਂ ਇਹ ਨੁਕਸਾਨ ਹੋਣਾ ਤੈਅ, ਇਹਦਾ ਫਾਇਦਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਹੋਣਾ ਨਿਸ਼ਚਿਤ ਆ। ਇਸ ਕਰਕੇ ਜਿਹੜੇ ਕੋਈ ਅਗਲਾ ਮੁੱਖ ਮੰਤਰੀ ਬਣੇਗਾ, ਜੇ ਹੋਏਗਾ ਤਾਂ ਉਹ ਦੇਖਣਾ ਕਿ ਹੋਏਗਾ ਜਾਂ ਨਹੀਂ ਹੋਏਗਾ। ਜੇ ਉਹ ਬਣਦਾ ਤਾਂ ਫਿਰ ਬਾਕੀ ਪਾਰਟੀਆਂ ਲਈ ਚੈਲੰਜ ਤਾਂ ਹੋਏਗਾ ਹੀ, ਉਹ ਜੋੜੀ ਚੈਲੰਜ ਹੋਏਗੀ। ਕਾਂਗਰਸ ਆਮ ਤੌਰ ਤੇ ਕਹਿੰਦੇ ਕਾਂਗਰਸ ਆਪਦੇ ਪੈਰਾਂ 'ਚ ਘਾੜਾ ਆਪ ਹੀ ਮਾਰਦੀ ਹੈ। ਕੈਪਟਨ ਅਮਰਿੰਦਰ ਸਿੰਘ ਰਹਿਣਗੇ ਜਾਂ ਫਿਰ ਜਾਣਗੇ, ਇਸੇ ਹੀ ਮੁੱਦੇ ਨੂੰ ਡੀਕੋਡ ਕਰਦੇ ਹਾਂ ਸਾਡੇ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਕਾਂਗਰਸ ਦੇ ਵਿੱਚ ਫਿਰ ਤੋਂ ਇੱਕ ਵਾਰ ਖਾਨਾ ਜੰਗੀ ਸ਼ੁਰੂ ਹੋ ਗਈ ਹੈ। ਕੀ ਸੀਐਮ ਕੈਪਟਨ ਰਹਿਣਗੇ ਜਾਂ ਫਿਰ ਜਾਣਗੇ? ਦੇਖੋ, ਇਹ ਤਾਂ ਹਾਈ ਕਮਾਨ ਫੈਸਲਾ ਕਰੇਗੀ, ਪਰ ਬਹੁਤ ਸਾਰੀਆਂ ਚੀਜ਼ਾਂ ਪਿਛਲੇ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਸੀਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਐਂਟੀ ਵਿਧਾਇਕ ਸੀ ਜਾਂ ਮੰਤਰੀ ਸੀ, ਉਹਨਾਂ ਦਾ ਦਾਣਾ ਪਾਣੀ ਰੋਕ ਦਿੱਤਾ ਸੀ। ਦਾਣਾ ਪਾਣੀ ਕੀ ਹੁੰਦਾ? ਉਹਨਾਂ ਦੀਆਂ ਜਿਹੜੀਆਂ ਅਫਸਰ ਲਵਾਏ ਹੋਏ ਸੀ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ। ਉਹਨਾਂ ਦੀ ਹਲਕਿਆਂ 'ਚ ਸੁਣੀ ਨਹੀਂ ਜਾ ਰਹੀ, ਉਹਨਾਂ ਦੇ ਹਲਕਿਆਂ 'ਚ ਕਿਸੇ ਦੀ ਹੋਰ ਚੌਧਰ ਕਾਇਮ ਕਰਤੀ। ਉਸ ਤੋਂ ਬਾਅਦ ਭੜਕੇ ਹੋਏ ਸੀ ਜਿੰਨੇ ਵੀ ਮੰਤਰੀ ਸੀ ਜਾਂ ਵਿਧਾਇਕ ਸੀ ਜਿਹੜੇ ਸਿੱਧੂ ਨਾਲ ਖੜੇ ਹੋਏ। ਔਰ ਇੱਕ ਗ੍ਰਾਂਟ ਜਾਣੀ ਸੀ, ਉਹ ਗ੍ਰਾਂਟ ਉਹਨਾਂ ਹਲਕਿਆਂ 'ਚ ਤਾਂ ਗਈ, ਕਹਿੰਦੇ ਆ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੀ, ਬਾਕੀ ਥਾਵਾਂ ਦੇ ਉੱਤੇ ਨਹੀਂ ਗਈ ਜੀ। ਇਹਨੂੰ ਲੈ ਕੇ ਹਰੀਸ਼ ਰਾਵਤ ਨੇ ਬਿਆਨ ਦਿੱਤਾ ਸੀ ਕਿ ਸਾਡੀ ਪਾਰਟੀ 'ਚ ਇਹ ਸਵਾਲ ਉੱਠ ਰਹੇ ਨੇ, ਜੇ ਸਾਡੇ ਵਿਧਾਇਕਾਂ ਨਾਲ ਕੋਈ ਵੰਡੈਟਾ ਹੋ ਰਿਹਾ, ਜੇ ਕੋਈ ਗੜਬੜ ਹੋ ਰਹੀ ਹੈ ਤਾਂ ਅਸੀਂ ਇਸ ਦੀ ਸਾਰ ਲਵਾਂਗੇ। ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਰਹਿਣਗੇ ਵੀ, 24 'ਚ ਵੀ ਉਹਨਾਂ ਦਾ ਰੋਲ ਹੋਏਗਾ। ਤਾਂ ਬਹੁਤ ਸਾਰੀਆਂ ਗੱਲਾਂ ਸੀ। ਪਰ ਪਿਛਲੇ ਦਿਨਾਂ ਤੋਂ ਅਸੀਂ ਤਾਂ ਅਕਸਰ ਜਦੋਂ ਪਹਿਲਾਂ ਵੀ ਆਪਾਂ ਸ਼ੁਰੂਆਤ 'ਚ ਰਾਜਨੀਤੀ ਡੀਕੋਡ 'ਚ ਚਰਚਾ ਕਰਦੇ ਸੀ, ਉਦੋਂ ਚਰਚਾ ਚੱਲਦੀ ਹੁੰਦੀ ਸੀ। ਇਸੇ ਕਰਕੇ ਆਪਾਂ ਇਹ ਚਰਚਾ ਕਰ ਰਹੇ ਸੀ ਕੈਪਟਨ ਦੀ ਸੀਐਮ ਦੀ ਕੁਰਸੀ ਤੇ ਵੀ ਸਵਾਲ ਖੜੇ ਹੋ ਸਕਦੇ, ਆਪਾਂ ਇਹ ਕਿਹਾ ਸੀ। ਤੇ ਉਹੀ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਉਹ ਅੰਦਰ ਖਾਤੇ ਚੱਲਦੀਆਂ ਸੀਗੀਆਂ, ਉਹ ਚੀਜ਼ਾਂ ਹੁਣ ਤਿੱਖੀਆਂ ਹੋਈਆਂ ਨੇ। ਤਿੱਖੀਆਂ ਹੋਣ ਦੇ ਨਾਲ ਲੜਾਈ ਇਹ ਆ ਕਿ ਲੜਾਈ ਲੰਬੀ ਲਿਜਾਵਾਂਗੇ ਤਾਂ ਸ਼ਾਇਦ ਸਾਡਾ ਹੀ ਕਿਤੇ ਕਾਂਗਰਸੀਆਂ ਨੂੰ ਲੱਗਦਾ ਨੁਕਸਾਨ ਨਾ ਹੋ ਜੇ, ਜਿਹੜੇ ਸਿੱਧੂ ਧੜੇ ਦੇ ਨੇ, ਕਿਤੇ ਸਾਡੀ ਅਗਲੀ ਵਾਰ ਸਰਕਾਰ ਨਾ ਆਵੇ, ਕਿਤੇ ਕਾਂਗਰਸ ਦਾ ਬੁਰਾ ਹਾਲ ਹੋ ਜੇ। ਜਿਹੜੇ ਗੱਲਾਂ 18 ਨੁਕਾਤੀ ਪ੍ਰੋਗਰਾਮ ਉਹਨਾਂ ਨੂੰ ਲੱਗਦਾ ਪੂਰਾ ਨਹੀਂ ਹੋ ਰਿਹਾ ਉਸ ਰੂਪ 'ਚ, ਖਾਸ ਤੌਰ ਤੇ ਸੈਣੀ ਵਾਲੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੋਏ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਖ-ਵੱਖ ਫਰੰਟਾਂ ਤੇ ਪਹਿਲਾਂ ਵੀ ਘੇਰਿਆ ਗਿਆ, ਹੁਣ ਵੀ ਘੇਰਿਆ ਜਾ ਰਿਹਾ। ਪਰ ਕੈਪਟਨ ਕੋਲੇ ਆਪਣੇ ਦਾ ਨੇ, ਉਹ ਆਪਣੇ ਦਾ ਵਰਤਦੇ ਰਹੇ ਨੇ ਵੱਖ-ਵੱਖ ਤਰੀਕਿਆਂ ਦੇ ਨਾਲ। ਉਹਨਾਂ ਨੇ ਵੀ ਬਹੁਤ ਸਾਰੇ ਧੁਰ ਵਿਰੋਧੀ ਨੇੜੇ ਲਾਏ, ਜਿਵੇਂ ਪ੍ਰਤਾਪ ਬਾਜਵਾ ਔਰ ਫਤਿਹ ਜੰਗ ਬਾਜਵਾ, ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੇ ਵੀ ਆਪਣਾ ਇੱਕ ਧੜਾ ਕਾਇਮ ਕੀਤਾ। ਪਰ ਪਿਛਲੇ ਦਿਨਾਂ ਤੋਂ ਲਗਾਤਾਰ ਚਰਚਾ ਸੀ ਕਿ ਇਸ ਤਰ੍ਹਾਂ ਹੋਏਗਾ। ਕਦੋਂ ਹੋਏਗਾ ਇਹ ਨਹੀਂ ਪਤਾ ਸੀ ਕਿ ਬਗਾਵਤ ਇੱਕ ਹੋਏਗੀ, ਓਪਨ ਬਗਾਵਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਕੈਪਟਨ ਖਿਲਾਫ। ਓਪਨ ਬਗਾਵਤ, ਸਿੱਧਾ ਫਰੰਟ ਖੋਲਣ ਦੀ ਗੱਲ ਆ ਜਿਹੜੀ, ਉਹ ਸਿੱਧਾ ਫਰੰਟ ਖੋਲ ਦਿੱਤਾ। ਕੈਪਟਨ ਨੇ ਅਜੇ ਤੱਕ ਪਰਸਨਲੀ ਇਸ ਗੱਲ ਨੂੰ ਰਿਸਪੌਂਡ ਨਹੀਂ ਕੀਤਾ। ਹੁਣ ਦਿੱਲੀ ਕੀ ਕਹਿੰਦੀ ਹੈ ਔਰ ਨਾਲ ਦੀ ਨਾਲ ਹੀ ਵੱਖ-ਵੱਖ ਸੋਰਸ ਕੀ ਕਹਿਣਗੇ, ਆਉਣ ਵਾਲੇ ਦਿਨਾਂ 'ਚ ਕਾਫੀ ਜ਼ਿਆਦਾ ਮਾਹੌਲ ਭਖੇਗਾ, ਮਗੇਗਾ, ਉਹ ਚੋਂ ਨਿਕਲੇਗਾ ਕਿ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ। ਕੈਪਟਨ ਧੜੇ ਦੇ ਮੰਤਰੀ ਤੇ ਵਿਧਾਇਕ ਕੀ ਕਰਨਗੇ ਤੇ ਜਿਹੜੇ ਬਾਗੀ ਮੰਤਰੀ ਤੇ ਵਿਧਾਇਕ ਨੇ ਉਹਨਾਂ ਦੀ ਕੀ ਤਿਆਰੀ ਹੈ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਜਿਹੜੀ ਹਾਈ ਕਮਾਨ ਆ, ਹਾਈ ਕਮਾਨ ਕੀ ਕਰੇਗੀ? ਸਭ ਤੋਂ ਵੱਡਾ ਸਵਾਲ ਤਾਂ ਜਿਹੜੇ ਕੈਪਟਨ ਧੜੇ ਦੇ ਜਿੰਨੇ ਵਿਧਾਇਕ ਨੇ ਉਹ ਤਾਂ ਕੈਪਟਨ ਦੇ ਨਾਲ ਨੇ, ਜਿਹੜੇ ਬਾਗੀ ਨੇ ਉਹ ਬਾਗੀ ਨੇ। ਹੁਣ ਮਸਲਾ ਹੈਗਾ ਹਾਈ ਕਮਾਨ ਦੇ ਉੱਤੇ। ਹਾਈ ਕਮਾਨ ਇਸ ਨੂੰ ਕਿਵੇਂ ਦੇਖਦੀ ਹੈਗੀ? ਔਰ ਇਹ ਨਹੀਂ ਹੈ ਕਿ ਕੈਪਟਨ ਦੇ ਖਿਲਾਫ ਬਗਾਵਤ ਹਾਈ ਕਮਾਨ ਦੇ ਇਸ਼ਾਰੇ ਤੋਂ ਬਿਨਾਂ ਹੋਈ ਹੈ।
ਅਗਰ ਐਡਾ ਵੱਡਾ ਮੋਰਚਾ ਖੋਲ੍ਹਿਆ ਗਿਆ ਤਾਂ ਹਾਈ ਕਮਾਨ ਦੇ ਇਸ਼ਾਰੇ ਤੇ ਹੀ ਖੋਲ੍ਹਿਆ ਗਿਆ। ਬਿਨਾਂ ਹਾਈ ਕਮਾਨ ਤੋਂ ਇੰਨਾ ਵੱਡਾ ਸਟੈਪ ਨਹੀਂ ਪੱਟਣਗੇ, ਇੰਨਾ ਵੱਡਾ ਰਿਸਕ ਮੰਤਰੀ ਤੇ ਐਮਐਲਏ ਨਹੀਂ ਲੈਣਗੇ। ਇਸ ਕਰਕੇ ਇਹ ਸਾਰੀਆਂ ਗੱਲਾਂ ਨੇ। ਦੂਜੇ ਪਾਸੇ ਪੰਜਾਬ ਦੇ ਅੰਦਰ ਮਾਹੌਲ ਦੀ, ਜਿਵੇਂ ਕੈਪਟਨ ਨੇ ਸੀਆਰਪੀਐਫ ਦੀਆਂ ਕੰਪਨੀਆਂ ਮੰਗੀਆਂ ਸੀ, ਬਾਰਡਰ ਦਾ ਮਾਹੌਲ, ਉਹ ਸਾਰੇ ਮਾਹੌਲ 'ਚ ਸਿਕਿਉਰਿਟੀ ਦਾ, ਨੈਸ਼ਨਲ ਸਿਕਿਉਰਿਟੀ ਦਾ ਮਾਹੌਲ ਵੀ ਬਣਾਇਆ ਜਾ ਰਿਹਾ ਹੈਗਾ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀਆਂ ਸਿਆਸੀ ਗੋਟੀਆਂ ਜਾਂ ਕਹਿ ਦਈਏ ਸਿਆਸੀ ਦਾ ਫਿੱਟ ਕੀਤੇ ਹੋਏ ਨੇ। ਪਰ ਹਾਈ ਕਮਾਨ ਅਲਟੀਮੇਟਲੀ ਕੀ ਕਰੇਗੀ? ਪਹਿਲਾਂ ਆਪਾਂ ਦੇਖਿਆ ਸਿੱਧੂ ਤੇ ਕੈਪਟਨ 'ਚੋਂ ਹਾਈ ਕਮਾਨ ਨੇ ਸਿੱਧੂ ਨੂੰ ਚੁਣਿਆ, ਜਦੋਂ ਕਿ ਕੈਪਟਨ ਵਿਰੋਧ ਕਰ ਰਹੇ ਸੀ ਡਟ ਕੇ ਕਿ ਸਿੱਧੂ ਪ੍ਰਧਾਨ ਨਹੀਂ ਬਣਨੇ ਚਾਹੀਦੇ। ਪਰ ਹਾਈ ਕਮਾਨ ਨੇ ਪ੍ਰਧਾਨ ਬਣਾਇਆ ਸਿੱਧੂ ਨੂੰ, ਇੱਕ ਸਖਤ ਸੁਨੇਹਾ ਦਿੱਤਾ ਕਿ ਜੋ ਅਸੀਂ ਚਾਹਾਂਗੇ ਉਹੀ ਹੋਏਗਾ। ਹੁਣ ਕੈਪਟਨ ਨੂੰ ਬਦਲਣ ਦੀਆਂ ਗੱਲਾਂ ਹਾਈ ਕਮਾਨ 'ਚ ਵੀ ਚੱਲਦੀਆਂ ਨੇ, ਕੈਪਟਨ ਨੂੰ ਬਦਲਣ ਦੀਆਂ ਗੱਲਾਂ ਵਿਧਾਇਕਾਂ 'ਚ ਵੀ ਨੇ। ਔਰ ਪਿਛਲੇ ਦਿਨਾਂ ਜਿਹੜੀ ਸਾਡੀ ਸੂਚਨਾ ਇਹ ਆ ਕਿ ਬਹੁਤ ਸਾਰੇ ਵਿਧਾਇਕਾਂ ਨੇ ਕਿਹਾ ਸੀ ਕੈਪਟਨ ਨੂੰ ਬਦਲੋ। ਤਾਂ ਸੋਨੀਆ ਗਾਂਧੀ ਨੇ ਕਿਹਾ ਕਿ ਕੈਪਟਨ ਨੂੰ ਰਾਹੁਲ ਨੇ ਨਹੀਂ ਬਦਲਣਾ, ਕੈਪਟਨ ਨੂੰ ਐਮਐਲਏ ਨੇ ਬਦਲਣਾ। ਤੁਸੀਂ ਐਮਐਲਏ ਤਿਆਰ ਕਰੋ, ਤੁਸੀਂ ਇੱਕ ਵੱਡਾ ਗਰੁੱਪ ਤਿਆਰ ਕਰੋ, ਅਸੀਂ ਫਿਰ ਉਹਦੇ ਤੇ ਕੁਝ ਸੋਚਾਂਗੇ। ਇਸ ਤਰ੍ਹਾਂ ਦੀ ਗੱਲ ਸੋਰਸ ਦੱਸਦੇ ਆ ਕਿ ਸੋਨੀਆ ਗਾਂਧੀ ਨੇ ਜਿਹੜੇ ਵੀ ਉਹਨਾਂ ਦੇ ਸੰਪਰਕ ਸੀ ਉਹਨਾਂ ਨੂੰ ਕਹੀ ਹੈ। ਤਾਂ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਕੀ ਸੋਨੀਆ ਗਾਂਧੀ ਕੋਈ ਇਹੋ ਜਿਹਾ ਸਟੈਪ ਲੈਣਗੇ? ਕੀ ਕਾਂਗਰਸ ਇਹੋ ਜਿਹਾ ਸਟੈਪ ਲਏਗੀ? ਕਿਉਂਕਿ ਇਹਦੇ ਅਸਰ ਬਹੁਤ ਸਾਰੇ ਅੱਗੇ ਹੋਣਗੇ। ਇਹਦੇ ਪ੍ਰਭਾਵ, ਜਿਵੇਂ ਕਹਿੰਦੇ ਆ ਨਾ ਕਿ ਕੋਈ ਆਪਾਂ ਦਵਾਈ ਲੈ ਲਈ, ਉਹਦਾ ਅਸਰ ਆ ਜਿਹੜਾ ਵੱਖ-ਵੱਖ ਤਰੀਕੇ ਨਾਲ ਹੁੰਦਾ ਗਾ। ਕਿਸੇ ਨੂੰ ਉਹ ਰਿਐਕਸ਼ਨ ਕਰ ਜਾਂਦੀ ਹੈ, ਕਿਸੇ ਨੂੰ ਐਕਸ਼ਨ ਕਰ ਜਾਂਦੀ ਹੈ। ਇਹਦੇ ਐਕਸ਼ਨ ਤੇ ਜਿਹੜੇ ਰਿਐਕਸ਼ਨ ਨੇ ਉਹ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲਣਗੇ, ਕਿਉਂਕਿ ਕਨਫਰੰਟੇਸ਼ਨ ਦੀ ਪੋਲਿਟਿਕਸ ਤਾਂ ਹੋਏਗੀ। ਇੱਥੇ ਗੱਲ ਨਹੀਂ ਰੁਕੇਗੀ ਜਿੰਨੀ ਗੱਲ ਕੈਪਟਨ ਕਹਿ ਰਿਹਾ ਜਾਂ ਸਿੱਧੂ ਧੜਾ ਕਹਿ ਰਿਹਾ। ਇਹ ਗੱਲ ਤੇ ਇੱਕ ਦੂਜੇ ਦੇ ਨਾਲ ਸਿੱਧਮ ਸਿੱਧੀ ਹੋਏਗੀ। ਕੈਪਟਨ ਚੁੱਪ ਬੈਠਣਗੇ, ਸਭ ਤੋਂ ਵੱਡਾ ਸਵਾਲ ਇਹ ਆ ਜੇ ਉਹਨਾਂ ਨੂੰ ਕੁਰਸੀ ਤੋਂ ਲਾਇਆ ਜਾਂਦਾ, ਸੀਐਮ ਨੇ ਉਹ, ਸੀਐਮ ਨੂੰ ਕੁਰਸੀ ਤੋਂ ਲਾਇਆ ਜਾਂਦਾ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਤਰੀਕੇ ਨਾਲ ਚੀਜ਼ਾਂ ਚਲਾਉਣਗੇ? ਸਾਰੀਆਂ ਗੱਲਾਂ ਨੇ, ਬਹੁਤ ਸਾਰੀਆਂ ਚੀਜ਼ਾਂ ਦੇਖਾਂਗੇ ਕਿ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਸੀਐਮ ਕੈਪਟਨ ਹੁਣ ਕਿਹੜਾ ਦਾ ਖੇਡ ਸਕਦੇ ਨੇ? ਦੇਖੋ, ਕੈਪਟਨ ਅਮਰਿੰਦਰ ਸਿੰਘ ਬਹੁਤ ਸਾਰੇ ਲੀਗਲ ਦਾ ਵੀ ਖੇਡ ਸਕਦੇ ਨੇ। ਜਿਵੇਂ ਇਹ ਗੱਲ ਆਏਗੀ ਬਸ ਕੈਬਨਿਟ 'ਚ, ਤਾਂ ਹਾਲਾਂਕਿ ਉਹਨਾਂ ਕੋਲੇ ਬਹੁਮਤ ਨਹੀਂ ਆ, ਨਹੀਂ ਤਾਂ ਕੈਬਨਿਟ 'ਚੋਂ ਵੀ ਇੱਕ ਦਾ ਖੇਡ ਸਕਦੇ ਨੇ, ਜਿਵੇਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਹੁੰਦਾ ਰਿਹਾ ਹੈਗਾ। ਪਰ ਇਹ ਇੰਨਾ ਸੌਖਾ ਨਹੀਂ ਹੈਗਾ। ਦੂਜਾ ਜਿਹੜਾ ਬਾਰ-ਬਾਰ ਪੰਜਾਬ ਦੇ ਅੰਦਰ ਇਹ ਚਰਚਾ ਹੋਈ ਹੈ ਕਿ ਪੰਜਾਬ ਦੇ ਅੰਦਰ ਮਾਹੌਲ ਠੀਕ ਨਹੀਂ ਹੈ, ਕਿਸਾਨ ਲੀਡਰ ਵੀ ਟਾਰਗੇਟ ਹੋ ਸਕਦੇ ਨੇ, ਕ੍ਰਾਸ ਬਾਰਡਰ ਟੈਰਰਿਜ਼ਮ ਦੀ ਗੱਲ ਹੋ ਰਹੀ ਹੈਗੀ, ਅੰਮ੍ਰਿਤਸਰ 'ਚੋਂ ਟਿਫਨ ਬੰਬ ਫੜੇ ਗਏ ਨੇਗੇ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ। ਕੈਪਟਨ ਨੇ ਅੰਮ੍ਰਿਤਸਰ 'ਚ ਜਾ ਕੇ ਇਹ ਗੱਲ ਕਹੀ, ਬਾਰਡਰ ਦੇ ਉੱਤੇ, ਯਾਨੀ ਬਾਰਡਰ ਦੇ ਉੱਪਰ ਜਾ ਕੇ ਗੱਲ ਕਹੀ ਨਾ। ਅੰਮ੍ਰਿਤਸਰ ਤਾਂ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਕਿ ਨਾ ਗੈਂਗਸਟਰਾਂ ਨੂੰ ਟੋਲਰੇਟ ਕਰਾਂਗੇ, ਨਾ ਟੈਰਰਿਸਟਾਂ ਨੂੰ ਟੋਲਰੇਟ ਕਰਾਂਗੇ। ਇਹ ਕਹਾਣੀਆਂ ਕੀ ਕਹਿ ਰਹੀਆਂ ਨੇ? ਬਹੁਤ ਕੁਝ ਕਹਿ ਰਹੀਆਂ ਨੇ ਇਹ ਕਹਾਣੀਆਂ। ਤਾਂ ਕੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਗੱਲ ਆਏਗੀ ਕਿ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਇਹੋ ਜਿਹਾ ਦਾ ਖੇਡ ਦੇਣਗੇ? ਔਰ ਕੈਪਟਨ ਦੇ ਬਾਰੇ ਕਿਹਾ ਜਾਂਦਾ, ਸਭ ਨੂੰ ਪਤਾ ਹੈਗਾ ਕਿ ਕੈਪਟਨ ਦੀ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੇ ਨਾਲ ਬਹੁਤ ਠੀਕ ਆ। ਆਪਾਂ ਪਿਛਲੇ ਦਿਨਾਂ 'ਚ ਵੀ ਦੇਖਿਆ, ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਆਏ, ਹੱਸ ਖੇਡ ਕੇ ਪੂਰਾ ਆਏ ਨੇ। ਤਾਂ ਉਹਨਾਂ ਨਾਲ ਵੀ ਠੀਕ ਆ। ਗਵਰਨਰ ਵੀ ਬੀਜੇਪੀ ਦੀ ਨੇ, ਇੱਥੇ ਬਹੁਤ ਸਾਰਾ ਕੁਝ ਗਵਰਨਰ ਦੇ ਹੱਥ 'ਚ ਵੀ ਹੁੰਦਾ ਗਾ। ਤਾਕਤ ਆ ਜਿਹੜੀ, ਜਦੋਂ ਕੋਈ ਕਿਸੇ ਨੂੰ ਲਾਇਆ ਜਾਂਦਾ, ਬਣਾਇਆ ਜਾਂਦਾ, ਗਵਰਨਰ ਦੇ ਹੱਥ 'ਚ ਬਹੁਤ ਸਾਰਾ ਕੁਝ ਹੁੰਦਾ। ਤੇ ਬੀਜੇਪੀ ਦੇ ਗਵਰਨਰ ਆਪਾਂ ਪਹਿਲਾਂ ਵੀ ਦੇਖਿਆ ਬਹੁਤ ਸਾਰੀਆਂ ਥਾਵਾਂ ਤੇ ਇਹੋ ਜਿਹਾ ਕੁਝ ਵੀ ਕਰਦੇ ਰਹੇ ਆ ਜਿਹੜਾ ਗਵਰਨਰ ਨੇ ਨਹੀਂ ਕਰਨਾ ਹੁੰਦਾ, ਯਾਨੀ ਗਵਰਨਰ ਆਪਣੀਆਂ ਪਾਵਰਾਂ ਤੋਂ ਅੱਗੇ ਚਲੇ ਜਾਂਦੇ ਨੇ। ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਧੜਾ ਤਾਂ ਕੈਪਟਨ ਦਾ ਉਨਾ ਵੱਡਾ ਨਹੀਂ ਆ। ਜੇ ਆਪਾਂ ਗਿਣਤੀ ਦੀ ਗੱਲ ਕਰੀਏ, ਕੈਪਟਨ ਨਾਲ ਗਿਣਤੀ 'ਚ ਉਹਨੇ ਐਮਐਲਏ ਨਹੀਂ ਹੈਗੇ। ਗਿਣਤੀ 'ਚ ਤਾਂ ਐਮਐਲਏ ਇੱਧਰ ਹੀ ਜ਼ਿਆਦਾ ਨੇ, ਬਾਗੀ ਧੜੇ ਜ਼ਿਆਦਾ ਨੇ, ਸਭ ਨੂੰ ਪਤਾ। ਇਹ ਤਾਂ ਫੈਕਟ ਆ। ਜਿਹੜੇ ਅੰਮ੍ਰਿਤਸਰ ਵੀ ਗਏ, ਸਿੱਧੂ ਜਿੱਦਣ ਪ੍ਰਧਾਨ ਬਣਿਆ, ਔਰ ਜਿਹੜੇ ਅੱਜ ਵੀ ਆਏ ਹੋਏ ਸੀਗੇ, ਅੱਜ ਜਿਹੜੇ ਆਏ ਹੋਏ ਸੀ ਇਹਨਾਂ ਦੇ ਅੱਗੇ ਇਨ ਟੱਚ ਨੇ ਜਿਹੜੇ। ਤਾਂ ਇਸ ਕਰਕੇ ਉਹ ਤਾਂ ਸਾਰੀਆਂ ਚੀਜ਼ਾਂ ਦਿਖ ਰਹੀਆਂ ਨੇ। ਪਰ ਕੈਪਟਨ ਅਮਰਿੰਦਰ ਸਿੰਘ ਕੀ ਸਟੈਪ ਲੈਂਦੇ ਨੇ, ਇਹ ਬੜਾ ਅਹਿਮ ਹੋ ਗਿਆ। ਕੀ ਕੈਪਟਨ ਅਮਰਿੰਦਰ ਸਿੰਘ ਪੋਲੀਟੀਕਲ ਸਰੈਂਡਰ ਕਰ ਦੇਣਗੇ ਜੇ ਉਹਨਾਂ ਨੂੰ ਕਿਹਾ ਜਾਏਗਾ? ਇੱਕ ਪੋਲੀਟੀਕਲ ਸਰੈਂਡਰ ਆ। ਕੀ ਕੈਪਟਨ ਅਮਰਿੰਦਰ ਸਿੰਘ ਪੋਲੀਟੀਕਲ ਸਰੈਂਡਰ ਕਰਨਗੇ ਜਾਂ ਨਹੀਂ ਕਰਨਗੇ? ਇਹ ਵੱਡਾ ਸਵਾਲ ਆ। ਜਾਂ ਕੈਪਟਨ ਅਮਰਿੰਦਰ ਸਿੰਘ ਕਨਫਰੰਟੇਸ਼ਨ ਦੀ ਪੋਲਿਟਿਕਸ ਪੈ ਜਾਣਗੇ ਕਿ ਤੁਸੀਂ ਮੈਨੂੰ ਲਾਉਨੇ ਹੋ, ਫਿਰ ਮੈਂ ਵੀ ਸਿੱਧਾ ਹੋ ਕੇ ਚੱਲਦਾ ਤੁਹਾਡੇ ਨਾਲ। ਇਸ ਤਰ੍ਹਾਂ ਦੀ ਗੱਲ ਵੀ ਹੈ। ਇਹ ਸਾਰੀਆਂ ਚੀਜ਼ਾਂ ਨੇ। ਤਾਂ ਹੁਣ ਦੇਖਣਾ ਇਹੀ ਹੈ ਕਿ ਕਾਂਗਰਸ ਦੇ ਅੰਦਰ ਇਹ ਖਾਨਾ ਜੰਗੀ ਕਾਂਗਰਸ ਨੂੰ ਕਿੱਧਰ ਲੈ ਕੇ ਜਾਏਗੀ। ਕੈਪਟਨ ਤੇ ਸਿੱਧੂ, ਕੋਈ ਇਸ ਤਰ੍ਹਾਂ ਦਾ ਹਾਈ ਕਮਾਨ ਨਾਲ ਕੈਪਟਨ ਦਾ ਸਮਝੌਤਾ ਹੋ ਸਕਦਾ, ਜਾਂ ਕੈਪਟਨ ਫਿਰ ਆਪਣੇ ਦਾ ਖੇਡਦੇ ਖੇਡਦੇ ਕੋਈ ਨਵੀਂ ਪਾਰਟੀ ਬਣਾ ਸਕਦੇ ਆ, ਕੋਈ ਨਵਾਂ ਰਾਜਨੀਤਿਕ ਮੰਚ ਵੀ ਹੋ ਸਕਦਾ, ਜਾਂ ਕੋਈ ਹੋਰ ਜਿਹੜਾ ਕਾਨੂੰਨੀ ਤੇ ਸਿਆਸੀ ਦਾ ਚੱਲ ਸਕਦੇ ਨੇ ਕੈਪਟਨ। ਇਹ ਭਵਿੱਖ ਦੇ ਗਰਭ 'ਚ ਮੈਨੂੰ ਲੱਗਦਾ ਬੜੀ ਜਲਦੀ ਪਤਾ ਲੱਗ ਜਾਏਗਾ। ਸਭ ਤੋਂ ਪਹਿਲਾ ਸਵਾਲ ਤਾਂ ਹੈ ਕਿ ਹਾਈ ਕਮਾਨ ਇਸ ਗੱਲ ਤੇ ਮੰਨਦੀ ਹੈ ਜਾਂ ਨਹੀਂ ਮੰਨਦੀ, ਕਿ ਹਾਈ ਕਮਾਨ ਤਿਆਰ ਆ ਕਿ ਕੈਪਟਨ ਬਦਲਣ। ਜੇ ਤਾਂ ਤਿਆਰ ਆ ਤਾਂ ਫਿਰ ਬਹੁਤ ਸਾਰਾ ਕੁਝ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ। 2022 ਦੀਆਂ ਚੋਣਾਂ ਤੇ ਕਾਂਗਰਸ ਦੇ ਸਰੋਲੇ ਦਾ ਕੀ ਅਸਰ ਪਵੇਗਾ? 2022 ਦੀਆਂ ਚੋਣਾਂ ਤਾਂ ਮੈਨੂੰ ਤਾਂ ਲੱਗਦਾ ਇਹੀ ਹੈ, ਜਦੋਂ ਸਿੱਧੂ ਪ੍ਰਧਾਨ ਬਣੇ ਨੇ, ਕੈਪਟਨ ਤੇ ਸਿੱਧੂ ਇਕੱਠੇ ਤਾਂ ਚੱਲੇ ਨਹੀਂ ਕਦੇ। ਇਹਦਾ ਅਸਰ ਤਾਂ ਪਈ ਰਿਹਾ ਕਾਂਗਰਸ ਤੇ। ਹਾਲਾਂਕਿ ਸਿੱਧੂ ਦੇ ਆਉਣ ਨਾਲ ਬਾਰ-ਬਾਰ ਜਿਹੜੇ ਸਰਵੇ ਵੀ ਕਰਾਏ ਜਾ ਰਹੇ, ਬਹੁਤ ਸਾਰਾ ਕੁਝ, ਕਾਂਗਰਸ ਇੱਕ ਲੈਵਲ ਤੇ ਕਾਂਗਰਸ ਨੂੰ ਫਰਕ ਪਿਆ ਹੈਗਾ।
ਹਾਲਾਂਕਿ ਸਿੱਧੂ ਦੇ ਭਾਸ਼ਣ ਨੂੰ ਲੈ ਕੇ ਸਿੱਧੂ ਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਵਾਲ ਉੱਠਦੇ ਰਹੇ ਆ, ਪਰ ਸਿੱਧੂ ਦੇ ਆਉਣ ਨਾਲ ਜਿਹੜੇ ਕਾਂਗਰਸੀ ਕਾਂਗਰਸ ਛੱਡ ਕੇ ਜਾ ਰਹੇ ਸੀ ਉਹ ਰੁਕੇ ਨੇ। ਸਿੱਧੂ ਦੇ ਆਉਣ ਨਾਲ ਬਹੁਤ ਸਾਰੇ ਕਾਂਗਰਸੀ ਜਿਹੜਾ ਯੂਥ ਸੀਗਾ ਉਹ ਬੜਾ ਐਨਰਜੈਟਿਕ ਹੋਇਆਗਾ, ਐਨਰਜਾਈਜ਼ ਹੋਇਆ, ਉਹ ਇਹਦੇ 'ਚ ਕੋਈ ਦੋ ਰਾਏ ਨਹੀਂ ਆ। ਪਰ ਮਸਲਾ ਅਗਲਾ ਕਿ ਅੱਗੇ ਕੀ ਹੋਏਗਾ, ਅੱਗੇ ਦੀ ਰਾਜਨੀਤੀ ਤੇ ਰਣਨੀਤੀ ਕੀ ਰਹੇਗੀ। ਕਿਤੇ ਇਹ ਕਿਤੇ ਕਾਂਗਰਸ ਦੀ ਤਬਾਹੀ ਦਾ ਕਾਰਨ ਤਾਂ ਨਹੀਂ ਬਣ ਜਾਏਗਾ, ਬਣ ਸਕਦਾ ਤੇ ਕਾਂਗਰਸ ਦੇ ਅੱਗੇ ਵਧਣ ਦਾ ਵੀ ਉਹ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਨੂੰ ਬਿਲਕੁਲ ਇਸ ਤਰੀਕੇ ਨਾਲ ਸਾਈਡ ਤੇ ਕੀਤਾ ਜਾਵੇ ਕਿ ਉਹ ਮੰਨ ਜਾਣ ਜਾਂ ਇਕੱਠੇ ਚੱਲ ਪੈਣ, ਜਾਣੀ ਐ ਕਹਦੀ ਆਪਾਂ ਜੇ ਤਾਂ ਇਕੱਠੇ ਚੱਲ ਪੈਣ ਤਾਂ ਠੀਕ ਹੈ। ਔਰ ਉਹਦੇ 'ਚ ਵੀ ਅਲਟੀਮੇਟਲੀ ਸੀਐਮ ਕੌਣ ਹੋਏਗਾ, ਉਹ 'ਚ ਜਾਖੜ ਦਾ ਵੀ ਨਾਂ ਚੱਲਦਾ ਹੈ, ਅੰਬਿਕਾ ਸੋਨੀ ਦਾ ਵੀ ਨਾਂ ਚੱਲਦਾ ਹੈ। ਸਿੱਧੂ ਤਾਂ ਪ੍ਰਧਾਨ ਨੇ, ਜਾਟੀ ਪ੍ਰਧਾਨ ਤੇ ਜਾਟੀ ਸੀਐਮ ਤਾਂ ਨਹੀਂ ਹੋਏਗਾ, ਤਾਂ ਹਿੰਦੂ ਸੀਐਮ ਦੀ ਜ਼ਿਆਦਾ ਚਰਚਾ ਚੱਲਦੀ ਹੈ, ਜਿਹਦੇ 'ਚੋਂ ਨਾਂ ਆਸ਼ੂ ਦਾ ਵੀ ਚੱਲਦਾ ਰਿਹਾ ਕਿਸੇ ਦੌਰ 'ਚ, ਆਪਣਾ ਇਹਨਾਂ ਦਾ ਸੁਨੀਲ ਜਾਖੜ ਦਾ, ਅੰਬਿਕਾ ਸੋਨੀ ਦਾ ਨਾਂ ਚੱਲਦੇ ਰਹੇ ਨੇ, ਚਰਚਾ ਚੱਲਦੇ ਰਹੇ ਨੇ, ਦਲਿਤ ਚਿਹਰਿਆਂ ਦੀ ਗੱਲ ਵੀ ਹੁੰਦੀ ਰਹੀ ਹੈਗੀ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਮੋਟੀ ਗੱਲ ਇਹੀ ਹੈ ਕਿ ਕਾਂਗਰਸ ਦੀ ਖੇਡ ਵਿਗੜੇਗੀ ਜਾਂ ਬਣੇਗੀ। ਜੇ ਬਣੇਗੀ ਤਾਂ ਬਣੇਗੀ ਜੇ ਸਭ ਕੁਝ ਠੀਕ ਹੋ ਜਾਏਗਾ, ਜੇ ਵਿਗੜ ਜਾਏਗੀ ਤਾਂ ਫਿਰ ਜੋ ਆਪਾਂ ਦੇਖ ਰਹੇ ਹਾਂ ਇਹਦਾ ਮਤਲਬ ਜੇ ਖਿਲਾਰੇ ਪੈ ਜਾਂਦੇ ਨੇ, ਫਿਰ 2022 ਦੇ ਲਈ ਕਾਂਗਰਸ ਲਈ ਬਹੁਤ ਵੱਡਾ ਕਾਂਗਰਸ ਲਈ ਚੈਲੰਜ ਹੋਏਗਾ। ਕਾਂਗਰਸ 2022 ਦੇ ਲਈ ਬਹੁਤ ਵੱਡੇ ਨੁਕਸਾਨ 'ਚ ਜਾਏਗੀ ਜੇ ਇਹ ਖਾਨਾ ਜੰਗੀ ਇਸੇ ਤਰੀਕੇ ਨਾਲ ਚੱਲਦੀ ਰਹੀ, ਇਸੇ ਤਰੀਕੇ ਨਾਲ ਅੱਗੇ ਵੱਧਦੀ ਰਹੀ। ਕਾਂਗਰਸ ਦੇ ਇਸ ਰੌਲੇ ਦਾ ਕਾਂਗਰਸ ਤੇ ਕੀ ਅਸਰ ਪਏਗਾ ਤੇ ਹੋਰ ਜਿਹੜੀਆਂ ਬਾਕੀ ਪਾਰਟੀਆਂ ਨੇ ਉਹਨਾਂ ਤੇ ਕੀ ਅਸਰ ਪੈ ਸਕਦਾ? ਦੇਖੋ, ਕਾਂਗਰਸ ਤੇ ਤਾਂ ਅਸਰ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ ਕਿ ਕਾਂਗਰਸ ਜੇ ਤਾਂ ਗੱਲ ਬਣ ਜਾਂਦੀ ਹੈ ਤਾਂ ਅੱਗੇ ਵੱਧ ਜਾਏਗੀ, ਨਹੀਂ ਕਾਂਗਰਸ ਇਸ ਰੌਲੇ 'ਚ ਤਬਾਹ ਵੀ ਹੋ ਸਕਦੀ ਹੈ, ਨੁਕਸਾਨ ਵੀ ਹੋ ਸਕਦਾ। ਇਹੀ ਜੀ ਸੈਟਬੈਕ ਲੱਗੇਗੀ, ਕਾਂਗਰਸ ਉੱਠ ਨਹੀਂ ਸਕੇਗੀ, 2022 ਤੱਕ ਨੁਕਸਾਨ ਹੋ ਜਾਏਗਾ ਬਹੁਤ ਜ਼ਿਆਦਾ। ਦੂਜੀ ਗੱਲ ਇਹ ਹੈ ਕਿ ਬਾਕੀ ਪਾਰਟੀਆਂ ਜੇ ਤਾਂ ਕਾਂਗਰਸ ਦਾ ਨੁਕਸਾਨ ਹੋਇਆ, ਯਾਨੀ ਇਹ ਲੰਬਾ ਚੱਲ ਗਿਆ ਯੁੱਧ ਕੈਪਟਨ ਤੇ ਸਿੱਧੂ ਵਾਲਾ, ਫਿਰ ਤਾਂ ਇਹ ਨੁਕਸਾਨ ਹੋਣਾ ਤੈਅ, ਇਹਦਾ ਫਾਇਦਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਹੋਣਾ ਨਿਸ਼ਚਿਤ ਆ। ਪਰ ਜੇ ਇਹ ਨਹੀਂ ਹੁੰਦਾ ਤਾਂ ਫਿਰ ਜੇ ਕਮਾਨ ਕਿਸੇ ਇਹੋ ਜਿਹੇ ਬੰਦੇ ਕੋਲ ਆ ਜਾਂਦੀ ਜਿਹੜਾ ਸਿੱਧੂ ਨਾਲ ਮਿਲ ਕੇ ਚੱਲੇ, ਸਿੱਧੂ ਪ੍ਰਧਾਨ ਤਾਂ ਬਣੀ ਗਏ, ਸੀਐਮ ਤੇ ਪ੍ਰਧਾਨ ਇਕੱਠੇ ਨਹੀਂ ਚੱਲ ਰਹੇ। ਜੇ ਸੀਐਮ ਤੇ ਪ੍ਰਧਾਨ ਇਕੱਠੇ ਚੱਲਣਗੇ ਤਾਂ ਕਾਂਗਰਸ 'ਚ ਜਾਨ ਪਏਗੀ। ਕਾਂਗਰਸ ਜਾਨ ਕਿਉਂ ਨਹੀਂ ਪੈ ਰਹੀ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਹੀ? ਕਿਉਂਕਿ ਸੀਐਮ ਤੇ ਪ੍ਰਧਾਨ ਇਕੱਠੇ ਨਹੀਂ ਚੱਲ ਰਹੇ, ਪਾਵਰ ਤਾਂ ਸੀਐਮ ਕੋਲ ਹੀ ਹੈ ਨਾ। ਇਸ ਕਰਕੇ ਜਿਹੜੇ ਕੋਈ ਅਗਲਾ ਮੁੱਖ ਮੰਤਰੀ ਬਣੇਗਾ, ਜੇ ਹੋਏਗਾ ਤਾਂ ਉਹ ਦੇਖਣਾ ਕਿ ਹੋਏਗਾ ਜਾਂ ਨਹੀਂ ਹੋਏਗਾ। ਜੇ ਉਹ ਬਣਦਾ ਤਾਂ ਫਿਰ ਬਾਕੀ ਪਾਰਟੀਆਂ ਲਈ ਚੈਲੰਜ ਤਾਂ ਹੋਏਗਾ ਹੀ, ਉਹ ਜੋੜੀ ਚੈਲੰਜ ਹੋਏਗੀ। ਨਹੀਂ ਫਿਰ ਇਹੀ ਹੈਗਾ ਕਿ ਜਿਹੜੇ ਖਿਲਾਰੇ ਕਾਂਗਰਸ ਦੇ ਪੈਣਗੇ ਉਹਦਾ ਫਾਇਦਾ ਅਕਾਲੀ ਦਲ ਨੂੰ ਵੀ ਹੋਏਗਾ, ਆਮ ਆਦਮੀ ਪਾਰਟੀ ਨੂੰ ਵੀ ਹੋਏਗਾ, ਔਰ ਹੋਰ ਪਾਰਟੀਆਂ ਨੂੰ ਵੀ ਉਹਦਾ ਫਾਇਦਾ ਹੋਏਗਾ। ਪਰ ਇਹੀ ਹੈ ਕਿ ਕਾਂਗਰਸ ਦੇ ਅੰਦਰ, ਕਾਂਗਰਸ ਬਾਰੇ ਕਿਹਾ ਜਾਂਦਾ ਵੈਸੇ ਕਿ ਕਾਂਗਰਸ ਨੂੰ ਤਬਾਹ ਕਾਂਗਰਸ ਹੀ ਕਰਦੀ ਹੈ। ਕਾਂਗਰਸ ਕਹਿੰਦੇ ਉਹੀ ਆ ਵੀ ਜਿਹੜਾ ਹੁੰਦਾ ਨਾ ਕਿ ਇੱਕ ਦੂਜੀ ਡਾਣੀ ਤੇ ਬਹਿ ਕੇ ਤੁਸੀਂ ਉਧਰੋਂ ਵੱਢ ਰਹੇ ਹੋ, ਜਿੱਧਰ ਤੁਸੀਂ ਆਪ ਵੀ ਮਰ ਜਾਣਾ ਹੁੰਦਾ ਤੇ ਉਹਨੇ ਵੀ ਕੱਟਿਆ ਜਾਣਾ ਹੁੰਦਾ। ਕਾਂਗਰਸ ਆਮ ਤੌਰ ਤੇ ਕਹਿੰਦੇ ਕਾਂਗਰਸ ਆਪਦੇ ਪੈਰਾਂ 'ਚ ਕਹਾੜਾ ਆਪ ਹੀ ਮਾਰਦੀ ਹੈ। ਕਾਂਗਰਸ ਆਪਦੇ ਪੈਰਾਂ 'ਚ ਕਹਾੜਾ ਹਮੇਸ਼ਾ ਆਪ ਹੀ ਮਾਰਦੀ ਹੈ। ਉਹ ਕਹਿੰਦੇ ਨੇ ਤਾਂ ਕਹਾੜਾ ਚੱਕੀ ਰੱਖਦੇ ਨੇ ਕਾਂਗਰਸੀ ਦਾ ਵੀ ਕਿਵੇਂ ਸਾਡੇ ਐ ਕਾਂਗਰਸ ਬਾਰੇ ਕਿਹਾ ਜਾਂਦਾ। ਤਾਂ ਇਸ ਕਰਕੇ ਦੇਖਣਾ ਹੁਣ, ਇਹ ਤਾਂ ਪੋਲੀਟੀਕਲ ਸਰਕਮਸਟੈਂਸਸ ਤੇ ਡਿਪੈਂਡ ਕਰਦਾ ਕਿ ਅਗਲੇ ਪੋਲੀਟੀਕਲ ਮਾਹੌਲ ਕਿਹਾ ਜਾ ਹੋਏਗਾ, ਕੈਪਟਨ ਰਹਿਣਗੇ ਜਾਂ ਨਹੀਂ ਰਹਿਣਗੇ, ਸਿੱਧੂ ਪਾਵਰਫੁਲ ਹੋਣਗੇ ਜਾਂ ਨਹੀਂ ਹੋਣਗੇ, ਕੈਪਟਨ ਦਾ ਧੜਾ ਕੀ ਕਰੇਗਾ, ਸਿੱਧੂ ਦਾ ਧੜਾ ਕੀ ਕਰੇਗਾ, ਹਾਈ ਕਮਾਨ ਅਲਟੀਮੇਟਲੀ ਕਿਹਦੇ ਨਾਲ ਜਾਏਗੀ, ਉੱਥੋਂ ਬਹੁਤ ਸਾਰੀਆਂ ਚੀਜ਼ਾਂ ਤੈਅ ਹੋਣਗੀਆਂ। ਤਾਂ ਪ੍ਰਧਾਨਗੀ ਦੇ ਰੌਲੇ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਰੌਲਾ ਪੈ ਗਿਆ ਹੈ, ਪਰ ਇਸ ਦੇ ਵਿੱਚ ਹਾਈ ਕਮਾਨ ਕੀ ਫੈਸਲਾ ਲੈਂਦੀ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ।